ਸਤਿ ਸ਼੍ਰੀ ਅਕਾਲ ਜੀ। ਸਿਟੀ ਲਾਈਵ ਵੱਲੋਂ ਇੱਕ ਵਾਰੀ ਫਿਰ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ ਹਲਕਾ ਰਾਏਕੋਟ ਦੇ ਪਿੰਡ ਬੁਰਜ ਹਕੀਮਾ ਦੀ ਮੌਜੂਦਾ ਸਰਪੰਚ ਬੀਬੀ ਪਰਮਜੀਤ ਕੌਰ ਜੀ ਦੇ ਨਾਲ। ਬੀਬੀ ਪਰਮਜੀਤ ਕੌਰ ਜੀ ਦੇ ਨਾਲ ਆਪਾਂ ਗੱਲਬਾਤ ਕਰਨ ਲਈ ਪਹੁੰਚੇ ਹਾਂ। ਇਸ ਸਮੇਂ ਸੰਯੁਕਤ ਮੋਰਚਾ ਅੰਦੋਲਨ ਨੂੰ ਲੈ ਕੇ ਸਰਕਾਰ ਵੱਲੋਂ ਚਲਾਈ ਗਈ ਕੋਵਿਡ-19 ਦੀਆਂ ਵੈਕਸੀਨ। ਆਓ ਆਪਾਂ ਗੱਲਬਾਤ ਕਰਦੇ ਹਾਂ ਬੀਬੀ ਪਰਮਜੀਤ ਕੌਰ ਜੀ ਦੇ ਨਾਲ। ਔਰ ਬੀਬੀ ਪਰਮਜੀਤ ਕੌਰ ਜੀ ਦੇ ਨਾਲ ਬੈਠੇ ਨੇ ਉਹਨਾਂ ਦੇ ਬੇਟੇ ਸਰਦਾਰ ਗੁਰਮਨਦੀਪ ਸਿੰਘ ਜੀ। ਆਓ ਆਪਾਂ ਗੱਲਬਾਤ ਕਰੀਏ ਬੀਬੀ ਪਰਮਜੀਤ ਕੌਰ ਜੀ ਦੇ ਨਾਲ। ਬੀਬੀ ਪਰਮਜੀਤ ਕੌਰ ਜੀ, ਜੇਕਰ ਦੇਖਿਆ ਜਾਵੇ ਸੰਯੁਕਤ ਮੋਰਚਾ ਅੰਦੋਲਨ ਨੂੰ ਜਦੋਂ ਦਾ ਚੱਲ ਰਿਹਾ ਤਾਂ ਸਰਕਾਰਾਂ ਵੱਲੋਂ ਇਸ ਨੂੰ ਸਾਫ਼ ਕਰਨ ਦੀਆਂ ਆਪਣੇ ਪਹਿਲ ਆਧਾਰ ਦੇ ਉੱਤੇ ਕਦਮ ਚੁੱਕੇ ਜਾ ਰਹੇ ਨੇ, ਪਰ ਜੇਕਰ ਆਪਾਂ ਗੱਲ ਕਰੀਏ ਆਪਣੀ ਪੰਜਾਬ ਰਾਜ ਸਰਕਾਰ ਦੀ ਤਾਂ ਰਾਜ ਸਰਕਾਰ ਵੱਲੋਂ ਕੋਵਿਡ-19 ਦੇ ਵੈਕਸੀਨ ਲੱਗ ਰਹੀਆਂ ਨੇ। ਕੀ ਤੁਹਾਡੇ ਪਿੰਡ ਦੇ ਵਿੱਚ ਇਹ ਕੈਂਪ ਲੱਗਿਆ? ਹਾਂਜੀ, ਸਾਡੇ ਪਿੰਡ ਦੇ ਵਿੱਚ ਕੈਂਪ ਲੱਗਿਆ, ਵੈਕਸੀਨ ਹੋਈ ਆ। 30% ਲੋਕਾਂ ਨੇ ਵੈਕਸੀਨ ਕਰਾ ਲਈ ਆ, ਬਾਕੀ ਵੀ ਕਰਾਉਣਗੇ ਜਦੋਂ ਦੁਬਾਰਾ ਹੋਊਗੀ। ਤੁਸੀਂ ਆਉਂਦੇ ਹੀ ਨਾ ਆਪਣੇ ਸ਼ਬਦਾਂ ਵਿੱਚ ਲੋਕਾਂ ਦੀ ਗੱਲ ਕਰ ਦਿੱਤੀ। ਪਹਿਲਾਂ ਤੁਸੀਂ ਜਾਣਕਾਰੀ ਦਿਓ ਕਿ ਤੁਸੀਂ ਖੁਦ ਕੋਵਿਡ-19 ਦਾ ਇੰਜੈਕਸ਼ਨ ਲਗਵਾਇਆ? ਨਹੀਂ ਜੀ, ਮੈਨੂੰ ਟਾਈਫਾਈਡ ਹੋਣ ਕਾਰਨ ਡਾਕਟਰ ਕਹਿੰਦੇ ਹਜੇ ਠਹਿਰ ਕੇ ਲਵਾਓ। ਮੇਰੇ ਹਸਬੈਂਡ ਨੇ ਸਭ ਤੋਂ ਪਹਿਲਾਂ ਵੈਕਸੀਨ ਕਰਾਈ। ਤੇ ਤੁਸੀਂ ਜਾਣਕਾਰੀ ਦੇ ਦਿਓ ਕਿ ਕੋਵਿਡ-19 ਦਾ ਜੋ ਵੈਕਸੀਨ ਲੱਗ ਰਹੀ ਹੈ ਤੁਹਾਡੇ ਪਿੰਡ ਦੇ ਵਿੱਚੋਂ ਕਰੀਬ ਕਿੰਨੇ ਪਰਸਨ ਨੇ ਜਿਨ੍ਹਾਂ ਨੂੰ ਇਹ ਇੰਜੈਕਸ਼ਨ ਲੱਗ ਗਿਆ? ਇਹ ਤਕਰੀਬਨ 30% ਲੋਕਾਂ ਨੇ ਲਵਾ ਲਏ ਆ। ਔਰ ਆਪਾਂ ਜੇਕਰ ਹੁਣ ਗੱਲ ਕਰੀਏ ਕੋਵਿਡ-19 ਤੋਂ ਬਾਅਦ ਸੰਯੁਕਤ ਮੋਰਚਾ ਅੰਦੋਲਨ ਦੀ, ਤੁਸੀਂ ਦੱਸਿਆ ਕਿ ਸਰਦਾਰ ਮਲਵਿੰਦਰ ਸਿੰਘ ਜੀ ਜੋ ਤੁਹਾਡੇ ਪਤੀ ਨੇ ਉਹਨਾਂ ਨੇ ਵੈਕਸੀਨ ਲਗਵਾਈ ਹੈ, ਤੇ ਸੰਯੁਕਤ ਮੋਰਚਾ ਅੰਦੋਲਨ ਦੇ ਵਿੱਚ ਤੁਸੀਂ ਖੁਦ ਕਿੰਨੀ ਵਾਰੀ ਜਾ ਕੇ ਆਏ? ਹਾਂਜੀ, ਮੈਂ ਤਾਂ ਸਿੱਖ ਹੋਣ ਕਾਰਨ ਨਹੀਂ ਜਾ ਸਕੀ। ਮੇਰੇ ਹਸਬੈਂਡ ਤੇ ਮੇਰੇ ਬੱਚੇ ਪਤਾ ਹੀ ਨਹੀਂ ਕਿੰਨੀ ਕੁ ਵਾਰ ਜਾਏ ਆ। ਵੀਕ 2 ਵੀਕ ਬਾਅਦ ਜਾਂਦੇ ਹੀ ਜਾਂਦੇ ਆ। ਤੁਹਾਡੇ ਨਾਲ ਬੇਟਾ ਗੁਰਮਨਦੀਪ ਬੈਠਾ ਹੈ, ਜਾ ਕੇ ਆਇਆ? ਹਾਂਜੀ, ਜਾ ਕੇ ਆਇਆ। ਆਪਣਾ ਕੰਮ ਆ ਇਹ ਸਾਰਿਆਂ ਦਾ, ਇਕੱਲੇ ਬੰਦੇ ਦਾ ਕੰਮ ਤਾਂ ਹੈ ਨਹੀਂ ਗਾ। ਸਾਰਿਆਂ ਨੂੰ ਜਾਣਾ ਜ਼ਰੂਰੀ ਆ, ਜਾ ਕੇ ਆਉਂਦੇ ਆ ਜੀ, ਹੁਣ ਵੀ ਜਾਣਗੇ। ਆਓ ਆਪਾਂ ਗੱਲਬਾਤ ਕਰਦੇ ਬੀਬੀ ਪਰਮਜੀਤ ਕੌਰ ਜੀ ਦੇ ਬੇਟੇ ਗੁਰਮਨਦੀਪ ਸਿੰਘ ਜੀ ਦੇ ਨਾਲ ਜੋ ਸੰਯੁਕਤ ਮੋਰਚਾ ਅੰਦੋਲਨ ਦੇ ਵਿੱਚ ਆਪਣੀ ਹਾਜ਼ਰੀ ਭਰ ਕੇ ਆਏ ਨੇ। ਗੁਰਮਨਦੀਪ, ਜਦੋਂ ਤੁਸੀਂ ਦਿੱਲੀ ਸੰਯੁਕਤ ਮੋਰਚਾ ਅੰਦੋਲਨ ਵਿੱਚ ਗਏ ਤਾਂ ਤੁਸੀਂ ਕਿਹੜੇ ਬਾਰਡਰ ਤੇ ਜਾ ਕੇ ਆਏ ਹੋ? ਮੈਂ 6-7 ਵਾਰ ਸਿੰਘੂ ਬਾਰਡਰ ਤੇ ਜਾ ਕੇ ਆਇਆ ਵਾਂ, ਤੇ ਮੈਂ ਉੱਥੇ ਤਕਰੀਬਨ ਹਫ਼ਤਾ ਹਰੇਕ ਵਾਰ ਲਾ ਕੇ ਆਉਣਾ ਵਾਂ। ਜਦੋਂ ਦਾ ਇਹ ਅੰਦੋਲਨ ਚੱਲਿਆ ਉਦੋਂ ਦੇ ਤੁਸੀਂ ਕਿੰਨੀ ਵਾਰੀ ਜਾ ਕੇ ਆਏ ਹੋ ਔਰ ਕਿੰਨੇ ਦਿਨ ਰਹਿ ਕੇ ਆਏ ਹੋ? ਮੈਂ 7 ਵਾਰ ਜਾ ਕੇ ਆਇਆ, ਤੇ ਹਰੇਕ ਵਾਰ ਮੰਨ ਲਓ ਵੀ ਹਫ਼ਤਾ ਕੁ ਰਹਿ ਕੇ ਆਉਣਾ। ਟੋਟਲ ਮੰਨ ਲਓ ਮਹੀਨਾ 1.5 ਮਹੀਨਾ ਲਾਇਆ ਵਾ ਉੱਥੇ। ਔਰ ਹੁਣ 26 ਜਨਵਰੀ ਦੇ ਸਮੇਂ ਜੇਕਰ ਆਪਾਂ ਗੱਲ ਕਰੀਏ ਤਾਂ ਤੁਸੀਂ ਆਪਣੇ ਪਿਤਾ ਸਰਦਾਰ ਮਲਵਿੰਦਰ ਸਿੰਘ ਜੀ ਦੇ ਨਾਲ ਦਿੱਲੀ ਗਏ ਹੋਏ ਸੀ? ਨਹੀਂ, ਉਦੋਂ ਮੇਰਾ ਵੱਡਾ ਬ੍ਰਦਰ ਤੇ ਡੈਡੀ ਗਏ ਹੋਏ ਸੀ, ਤਾਂ ਕਰਕੇ ਇੱਕ ਜਾਣਾ ਘਰੇ ਚਾਹੀਦਾ ਹੁੰਦਾ, ਤੇ ਮੈਂ ਘਰੇ ਸੀਗਾ, ਤੇ ਉਹ ਦੋਨੇ ਗਏ ਹੋਏ ਸੀ। ਤੇ ਜਦੋਂ ਵਾਪਸ ਆਏ ਤਾਂ ਉਹਨਾਂ ਨੇ 26 ਜਨਵਰੀ ਨੂੰ ਉੱਥੇ ਜੋ ਵਾਪਰਿਆ ਉਹ ਤੁਹਾਡੇ ਨਾਲ ਡਿਸਕਸ ਕੀਤਾ ਹੋਵੇਗਾ? ਹਾਂਜੀ, ਕੀਤਾ ਸੀਗਾ। ਉਹ ਦੱਸਦੇ ਸੀ ਬਈ ਅਸੀਂ ਤਾਂ ਬਈ ਜਿਹੜਾ ਰੂਟ ਦਿੱਤਾ ਸੀ ਸਰਕਾਰ ਨੇ ਉਹਦੇ 'ਤੇ ਸੀਗੇ, ਤੇ ਸ਼ਾਂਤਮਈ ਸਾਰਾ ਕੁਝ ਹੋ ਰਿਹਾ ਸੀ, ਤੇ ਪਰ ਸਰਕਾਰਾਂ ਨੇ ਜ਼ਿਆਦਾ ਦਿਖਾਇਆ ਉਹਨੂੰ ਤੋੜ ਮੋੜ ਕੇ। ਜਿਹੜਾ ਵਿਸਥਾਰ ਨਾਲ ਦੱਸੋਗੇ ਵੀ ਤੁਹਾਡੇ ਫਾਦਰ ਸਾਹਿਬ ਮਲਵਿੰਦਰ ਸਿੰਘ ਜੀ ਨੇ ਜਾਂ ਤੁਹਾਡੇ ਬ੍ਰਦਰ ਹੈ ਨਾ, ਵੱਡੇ ਭਾਈ ਸਾਹਿਬ ਤੁਹਾਡੇ, ਉਹਨਾਂ ਨੇ ਤੁਹਾਨੂੰ ਕਿਸ ਤਰ੍ਹਾਂ ਦੱਸਿਆ ਕਿ ਉੱਥੇ ਦਾ ਕੀ ਮਾਹੌਲ ਸੀ ਤੇ ਉਹਨਾਂ ਨੇ ਕੀ ਉੱਥੇ ਮਹਿਸੂਸ ਕੀਤਾ? ਉੱਥੇ ਉਹ ਦੱਸਦੇ ਸੀਗੇ ਜਮਾਂ ਸ਼ਾਂਤਮਈ ਮਾਹੌਲ ਸੀਗਾ, ਕੋਈ ਏਡੀ ਗੱਲ ਨਹੀਂ ਸੀ। ਜਿਵੇਂ ਕਿ ਰੋਜ਼ ਉੱਥੇ ਆਮ ਦਿਨ ਸੀ ਉਵੇਂ ਹੀ ਸੀਗਾ, ਆਮ ਦਿਨ ਵਾਂਗੂ, ਤੇ ਇਕੱਠ ਕੁੱਠ ਬਹੁਤ ਜ਼ਿਆਦਾ ਸੀ, ਪਰ ਸਾਰਾ ਕੁਝ ਸ਼ਾਂਤਮਈ ਸੀਗਾ। ਕੋਈ ਧਮਾਕਾ ਨਹੀਂ ਕੀਤਾ। ਕਿਸਾਨਾਂ ਨੇ ਆਪਦਾ ਟੈਂਟਾਂ 'ਚ ਆ ਕੇ ਦੁਬਾਰੇ ਸੌਂ ਗਏ ਨੇ ਤੇ ਆਮ ਦਿਨ ਬਤੀਤ ਕੀਤਾ। ਤੇ ਹੁਣ ਲੇਟੈਸਟ ਸਮੇਂ ਦੀ ਜੇਕਰ ਗੱਲ ਕਰੀਏ ਤਾਂ ਹੁਣ ਤੁਹਾਨੂੰ ਕਿੰਨੇ ਦਿਨ ਹੋਏ ਨੇ ਦਿੱਲੀ ਅੰਦੋਲਨ ਤੇ ਗਿਆ? 12-13 ਦਿਨ ਪਹਿਲਾਂ ਜਾ ਕੇ ਆਏ ਮੈਂ, ਤੇ ਸਾਡੇ ਪਿੰਡੋਂ ਟਰਾਲੀ। ਇੱਕ ਮਿੰਟ, ਤੁਸੀਂ ਹੁਣ ਦੱਸਿਆ ਕਿ ਤੁਸੀਂ 12-13 ਦਿਨ ਪਹਿਲਾਂ ਜਾ ਕੇ ਆਏ ਹੋ, ਤੇ ਹੁਣ 12-13 ਦਿਨ ਪਹਿਲਾਂ ਜਦੋਂ ਗਏ ਤਾਂ ਨੋ ਡਾਊਟ ਉੱਥੇ ਮੱਛਰਾਂ ਦਾ ਭਰਮਾਰ ਹੋਏਗੀ, ਗਰਮੀ ਵੀ ਹੋਏਗੀ, ਤੇ ਹੁਣ ਤੁਸੀਂ ਉੱਥੇ ਜਾ ਕੇ ਕੀ ਮਹਿਸੂਸ ਕੀਤਾ? ਹੁਣ ਮਹਿਸੂਸ ਬਈ ਮੋਰਚਾ ਤਾਂ ਹੀ ਉਵੇਂ ਚੱਲਦਾ ਵਾ। ਸਮਾਂ ਅੱਗੇ ਨਾਲੋਂ ਜਿਹੜੇ ਟੈਂਟ ਟੁੰਟ ਸੀ ਹੁਣ ਪੱਕੇ ਹੋ ਗਏ, ਅੱਗੇ ਕੱਚੇ ਸੀਗੇ, ਹੁਣ ਸਾਰਿਆਂ ਨੇ ਪੱਕੇ ਬਣਾ ਲਏ। ਕੂਲਰ ਚਲੇ ਗਏ, AC ਚਲੇ ਗਏ, ਤੇ ਨਾਲ ਦੀ ਨਾਲ ਪ੍ਰਬੰਧ ਵੀ ਹੋ ਰਹੇ ਆ, ਤੇ ਪਰ ਮੈਨੂੰ ਲੱਗਦਾ ਮੋਰਚਾ ਤਾਂ ਹੀ ਚੱਲੀ ਜਾਣਾ। ਔਰ ਮੱਛਰਾਂ ਦਾ ਉੱਥੇ ਕੀ ਹਾਲਾਤ ਨੇ? ਮੱਛਰਾਂ ਹੀ ਸਾਰਿਆਂ ਨੇ ਮੱਛਰਦਾਨੀ ਆਪਦੀ ਲੈ ਕੇ ਗਏ ਹੋਏ ਨੇ, ਤੇ ਬਾਕੀ ਓਡੋਮਾਸ ਮਿਲੀ ਜਾਂਦੀਆਂ ਨੇ, ਮਤਲਬ ਹੋ ਹੀ ਜਾਂਦਾ ਜੀ ਪ੍ਰਬੰਧ ਆਪਦਾ ਸਾਰਿਆਂ ਦਾ। ਤੇ ਦਿੱਲੀ ਸੰਯੁਕਤ ਮੋਰਚਾ ਅੰਦੋਲਨ ਦੇ ਵਿੱਚ ਜਾ ਕੇ ਉੱਥੇ ਦੀ ਸਟੇਜ ਦੇ ਉੱਤੇ ਜੋ ਵਾਰਤਾਲਾਪ ਹੁੰਦੀ ਹੈ ਉਹਨੂੰ ਸੁਣ ਕੇ ਤੁਹਾਨੂੰ ਕੀ ਲੱਗਦਾ ਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੋ ਬਿੱਲ ਸਾਡੇ ਉੱਤੇ ਮਾਰੂ ਦਿੱਤੇ ਜਾ ਰਹੇ ਨੇ, ਇਹ ਬਿੱਲ ਸਹੀ ਨੇ ਜਾਂ ਫਿਰ ਸਾਡੇ ਸੰਯੁਕਤ ਮੋਰਚਾ ਅੰਦੋਲਨ ਦੀਆਂ ਜਿੰਨੇ ਵੀ ਆਗੂ ਨੇ ਉਹ ਸਹੀ ਇਹਦਾ ਵਿਰੋਧ ਕਰ ਰਹੇ ਨੇ? ਨਹੀਂ, ਬਿਲਕੁਲ ਗਲਤ ਨੇ ਜੀ। ਇਹ ਆਪਣੇ ਕਿਸਾਨੀ ਦੇ ਜਮਾਂ ਖਿਲਾਫ ਨੇ। ਤੇ ਤੁਸੀਂ ਇੱਕ ਜਵਾਬ ਹੋਰ ਦਿਓ। ਦੇਖੋ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਹੁਣ ਲੇਟੈਸਟ ਉਹਨਾਂ ਨੇ ਆਪਣੀ ਇੱਕ ਜਾਣਕਾਰੀ ਦਿੱਤੀ ਹੋਈ ਹੈ, ਕਹਿੰਦੇ ਕੁਝ ਸਮੇਂ ਤੱਕ ਇਹ ਜਿਹੜੇ ਬਿੱਲ ਨੇ ਰੱਦ ਹੋ ਜਾਣਗੇ, ਪਰ ਹਲੇ ਵੀ ਸਾਡੇ ਕਿਸਾਨ ਵੀਰ ਉੱਥੇ ਬੈਠੇ ਨੇ। ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਤੁਹਾਨੂੰ ਕੀ ਜਾਪਦਾ ਹੈ ਕਿ ਕਿਸਾਨ, ਜਦੋਂ ਆਪਣੇ ਕੋਲ ਇੱਕ ਨਿਊਜ਼ ਇਹ ਆ ਰਹੀ ਹੈ ਕਿ ਬਿੱਲ ਰੱਦ ਕਰ ਦਿੱਤੇ ਜਾਣਗੇ, ਫਿਰ ਵੀ ਸਾਡਾ ਕਿਸਾਨ ਵੀਰ ਉੱਥੇ ਮੋਰਚੇ 'ਤੇ ਬੈਠਾ ਆ, ਉਹਦੇ ਬਾਰੇ ਆਪਾਂ ਕੀ ਸੋਚਦੇ ਹਾਂ?
ਨਹੀਂ, ਮੇਰੇ ਹਿਸਾਬ ਨਾਲ ਸਰਕਾਰ ਤੇ ਹਲੇ ਯਕੀਨ ਨਹੀਂ ਕੀਤਾ ਜਾ ਸਕਦਾ ਜਿੰਨਾ ਟਾਈਮ ਬਿੱਲ ਰੱਦ ਨਹੀਂ ਹੋ ਰਹੇ। ਕਿਸਾਨਾਂ ਨੂੰ ਵਾਪਸ ਨਹੀਂ ਆਉਣਾ ਚਾਹੀਦਾ, ਕਿਉਂਕਿ ਇਹ ਮੋਰਚਾ ਹੁਣ ਬਹੁਤ ਵੱਡਾ ਬਣ ਚੁੱਕਿਆ, ਸਾਰੀ ਦੁਨੀਆ 'ਚ ਹੁਣ ਪਤਾ ਲੱਗ ਗਿਆ। ਤੇ ਜੇ ਹੁਣ ਮੁੜੇ ਫਿਰ ਤਾਂ ਹਾਰ ਹੋਊ ਆਪਣੀ, ਤੇ ਹੁਣ ਮੁੜਨਾ ਨਹੀਂ ਚਾਹੀਦਾ, ਬਿੱਲ ਵਾਪਸ ਕਰਾ ਕੇ ਆਉਣ। ਬੜੇ ਹੀ ਸੁਚੱਜੇ ਢੰਗ ਨਾਲ ਗੁਰਮਨਦੀਪ ਨੇ ਸਮਝਾਇਆ ਕਿ ਸਰਕਾਰ ਨੇ, ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹੁਣ ਇਹ ਆਖਦੇ ਨੇ ਕਿ ਬਿੱਲ ਰੱਦ ਕਰ ਦਿੱਤੇ ਜਾਣਗੇ, ਪਰ ਕਿਸਾਨ ਵੀਰਾਂ ਨੂੰ ਸਰਕਾਰਾਂ ਦੇ ਉੱਤੇ ਵਿਸ਼ਵਾਸ ਨਹੀਂ ਹੈ। ਬਿੱਲ ਕਾਗਜ਼ੀ ਤੌਰ ਦੇ ਉੱਤੇ ਜਦੋਂ ਤੱਕ ਰਿਟਨ ਵਿੱਚ ਨਹੀਂ ਆਉਂਦੇ ਉਦੋਂ ਤੱਕ ਸੰਯੁਕਤ ਮੋਰਚਾ ਅੰਦੋਲਨ ਨਹੀਂ ਚੁੱਕਿਆ ਜਾਣਾ ਚਾਹੀਦਾ। ਜੇਕਰ ਗੁਰਮਨ ਜੀ ਗੱਲ ਕੀਤੀ ਜਾਵੇ ਦੀਪ ਸਿੱਧੂ ਦੀ, ਤਾਂ ਤੁਹਾਨੂੰ ਪਤਾ ਨੀਅਰ ਅਬਾਊਟ 1-2 ਦਿਨ ਪਹਿਲਾਂ ਦੀਪ ਸਿੱਧੂ ਨੂੰ ਬੇਲ ਹੋ ਗਈ ਸੀ ਔਰ ਉਹਨਾਂ ਨੇ ਵਾਪਸ ਸੰਯੁਕਤ ਮੋਰਚਾ ਅੰਦੋਲਨ 'ਚ ਸ਼ਾਮਲ ਹੋ ਜਾਣਾ ਸੀ, ਪਰ ਫਿਰ ਦੁਬਾਰਾ ਲਾਲ ਕਿਲੇ ਦੇ ਉੱਤੇ ਹੀ ਨੁਕਸਾਨ ਦੇਣ ਦੇ ਲਈ ਉਹਨਾਂ ਨੇ ਦੁਬਾਰਾ ਫਿਰ ਇੱਕ ਹੋਰ FIR ਕਰਕੇ ਉਹਨਾਂ ਨੂੰ ਅੰਦਰ ਕਰ ਦਿੱਤਾ। ਔਰ ਜੇਕਰ ਰਿਮਾਂਡ ਦੀ ਗੱਲ ਕਰੇ ਤਾਂ ਪੁਲਿਸ ਨੂੰ ਰਿਮਾਂਡ ਜੱਜ ਸਾਹਿਬ ਨੇ ਨਹੀਂ ਦਿੱਤਾ। ਔਰ ਹੁਣ ਦੀ ਜੇਕਰ ਗੱਲ ਕੀਤੀ ਜਾਵੇ, ਉਹਨਾਂ ਦੀ ਬੇਲ ਲੱਗੀ ਹੋਈ ਹੈ ਜਿਸ ਦਾ ਰਿਜ਼ਲਟ 23 ਤਰੀਕ ਨੂੰ ਪਤਾ ਲੱਗੇਗਾ। ਤੇ ਆਪਾਂ ਦੀਪ ਸਿੱਧੂ ਬਾਰੇ ਕੀ ਵਿਚਾਰ ਰੱਖਦੇ ਹਾਂ? ਇਹ ਸਰਕਾਰ ਦੀ ਇੱਕ ਚਾਲ ਆ ਬਈ ਦੁਬਾਰੇ, ਬਈ ਨਹੀਂ ਯੂਥ ਉਹਦੇ ਪਿੱਛੇ ਬਹੁਤ ਆ, ਬਈ ਸਪੋਰਟ ਬਹੁਤ ਆ ਉਹਨੂੰ ਯੂਥ ਦੀ। ਜੇ ਉਹਨੂੰ ਬੇਲ ਦੇਤੀ ਫਿਰ ਦੁਬਾਰੇ ਮੋਰਚੇ ਦੇ ਨੌਜਵਾਨਾਂ ਦਾ ਫਿਰ ਉਧਰ ਨੂੰ ਜਾਣਗੇ, ਇੰਟਰਸਟ ਵਧੂਗਾ ਦੁਬਾਰੇ, ਤੇ ਉਹਨਾਂ ਨੂੰ ਆਇਆ ਵੀ ਫਿਰ ਇਕੱਠ ਦੁਬਾਰੇ ਵਧੇ ਨਾ, ਵੀ ਜਿੰਨਾ ਹੈਗਾ ਉਨਾ ਹੀ ਰਵੇ। ਤਾਂ ਕਰਕੇ ਹੁਣ ਉਹਨਾਂ ਨੂੰ ਕਰੋਨਾ ਕਰਕੇ ਵੀ ਡਰਾ ਰਹੇ ਨੇ, ਤੇ ਦੀਪ ਸਿੱਧੂ ਨੂੰ ਮਿਲਾ ਤਾਂ ਹੀ ਦੁਬਾਰੇ ਜੇਲ੍ਹ 'ਚ ਪਾਇਆ ਬਈ ਮੋਰਚੇ 'ਚ ਹੋਰ ਇਕੱਠ ਨਾ ਵਧੇ। ਪਰ ਕੁਝ ਲੋਕਾਂ ਦਾ ਵਿਚਾਰ ਇਹ ਵੀ ਹੈ, ਕਹਿੰਦੇ ਦੀਪ ਸਿੱਧੂ ਜੋ ਹੈ ਉਹ BJP ਦੇ ਪਰਸਨ ਨੇ ਤੇ ਸਰਕਾਰ ਉਹਨਾਂ ਨੂੰ ਵਾਪਸ ਜੇਲ੍ਹ ਦੇ ਵਿੱਚ ਲੈ ਕੇ ਜਾਣ ਤੋਂ ਮਤਲਬ ਇਹ ਸੋਚਦੇ ਨੇ ਕਿ ਉਹਨਾਂ ਨੂੰ ਪ੍ਰੋਟੈਕਸ਼ਨ ਦਿੱਤੀ ਜਾ ਰਹੀ ਹੈ। ਦੇਖੋ ਜੀ, ਜਿੰਨਾ ਕੁ ਮੈਂ ਆਪਦਾ ਸੋਸ਼ਲ ਮੀਡੀਆ ਵਰਤਦਾ, ਮੈਨੂੰ ਤਾਂ ਹੀ ਲੱਗਦਾ ਵੀ ਦੀਪ ਸਿੱਧੂ ਠੀਕ ਬੰਦਾ ਵਾ, ਕਿਉਂਕਿ ਨਹੀਂ ਤਾਂ ਉਹਨੂੰ ਕੀ ਲੋੜ ਸੀਗੀ ਆਪਦੇ ਆਪ ਨੂੰ, ਕਿਉਂਕਿ ਉਹਦਾ ਤਾਂ ਕੰਮ ਵਧੀਆ ਚੱਲਦਾ ਸੀਗਾ ਫਿਲਮਾਂ 'ਚ, ਉਹਨੂੰ ਕੀ ਲੋੜ ਸੀਗੀ ਮੋਰਚੇ 'ਤੇ ਜਾਣ ਦੀ, ਕਿਉਂਕਿ ਹੋਰ ਬਹੁਤ ਘੱਟ ਐਕਟਰ ਆਏ ਨੇ, ਕੋਈ ਵਾ ਬੋਲਿਆ ਵੀ ਨਹੀਂ। ਤੇ ਮੈਨੂੰ ਲੱਗਦਾ ਉਹ ਸੱਚਾ ਬੰਦਾ, ਤੇ ਤਾਂ ਹੀ ਸਰਕਾਰ ਨੇ ਹੁਣ ਉਹਨੂੰ ਅੰਦਰ ਕੀਤਾ ਵੀ ਯੂਥ ਉੱਥੇ ਨਾ ਇਕੱਠਾ ਹੋਵੇ। ਔਰ ਦੀਪ ਸਿੱਧੂ ਨੂੰ ਜੇਕਰ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੀ ਇੱਕ ਗੱਲ ਸੁਣੀ ਹੈ, ਤੇ ਕੋਈ ਇੱਕ ਗੱਲ ਦੱਸੋ ਦੀਪ ਸਿੱਧੂ ਦੀ ਜਿਹੜੀ ਤੁਹਾਡੇ ਦਿਲ ਦੇ ਵਿੱਚ ਘਰ ਕਰ ਗਈ? ਦੀਪ ਸਿੱਧੂ ਉਹਨਾਂ ਨੇ ਐਂ ਕਿਹਾ ਵੀ ਸਾਰੇ ਇਕਜੁੱਟ ਹੋ ਕੇ ਰਹੋ, ਤੇ ਜਿਹੜੇ ਕਿਸਾਨ ਜਥੇਬੰਦੀਆਂ ਦਾ ਫੈਸਲਾ ਉਹ ਮਤਲਬ ਨੀਵੇਂ ਹੋ ਕੇ ਮੰਨੋ। ਤੇ ਪਰ ਉਹ ਇੱਕ ਕਹਿੰਦਾ ਵੀ ਜਿਹੜੇ ਨੌਜਵਾਨ ਉਹਨਾਂ 'ਚ ਵੀ ਉਤਸ਼ਾਹ ਬਹੁਤ ਆ, ਤੇ ਉਹ ਇਕੱਠੇ ਹੋਏ ਨੇ ਵੀ ਉਹ ਗਰਮ ਖੂਨ ਆ, ਤੇ ਬਈ ਉਹ ਮਤਲਬ ਵੀ ਗਰਮ ਖੂਨ 'ਚ ਕੁਛ ਇਹੋ ਜਿਹਾ ਨਾ ਕਰ ਦੇਣ। ਤਾਂ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਇੱਕ ਸਾਂਝਾ ਫੈਸਲਾ ਲੈਣਾ ਚਾਹੀਦਾ ਵਾ, ਕੋਈ ਇੱਕ ਹੈੱਡ ਹੋਣਾ ਚਾਹੀਦਾ ਵਾ ਸਾਰਿਆਂ ਦਾ, ਜਾਂ ਕਿ ਉਹਨਾਂ ਨੂੰ ਲੀਡ ਕਰੇ, ਬਈ ਨੌਜਵਾਨ ਮਿਸਲੀਡ ਨਾ ਹੋਣ। ਪਰਮਜੀਤ ਜੀ, ਜੇਕਰ ਗੱਲ ਕੀਤੀ ਜਾਵੇ ਹੁਣ ਦੇ ਸਮੇਂ ਦੀ, ਜਿੱਥੇ ਸੰਯੁਕਤ ਮੋਰਚਾ ਅੰਦੋਲਨ ਚੱਲ ਰਿਹਾ ਔਰ ਫਸਲਾਂ ਦੀ ਵਾਢੀ ਹੋ ਰਹੀ ਹੈ, ਤੇ ਅਸੀਂ ਚਾਹਾਂਗੇ ਸਾਡੇ ਦਰਸ਼ਕਾਂ ਨੂੰ ਤੁਸੀਂ ਇਹ ਦੱਸੋ ਕਿ ਤੁਹਾਡੀ ਆਪਣੀ ਘਰੇਲੂ ਜ਼ਮੀਨ ਕਿੰਨੀ ਹੈ ਜਿਸ ਦੇ ਵਿੱਚ ਤੁਸੀਂ ਕਣਕ ਬੀਜੀ ਹੈ? ਅਸੀਂ ਜੀ 12 ਕਿੱਲੇ ਕਣਕ ਬੀਜੀ ਹੋਈ ਆ। ਜੇਕਰ ਆਪਾਂ ਗੱਲ ਕਰੀਏ ਤੁਹਾਡੇ ਪਤੀ ਸਰਦਾਰ ਲਵਿੰਦਰ ਸਿੰਘ ਜੀ, ਉਹ ਆਪਣੀ ਫਸਲ ਨੂੰ ਲੈ ਕੇ ਮੰਡੀ ਵਿੱਚ ਗਏ ਹੋਏ ਨੇ ਤੇ ਤੁਹਾਡੇ ਨਾਲ ਡਿਸਕਸ ਕਰਦੇ ਹੋਣਗੇ ਕੋਈ ਮੰਡੀ ਦੇ ਵਿੱਚ ਸਮੱਸਿਆ ਆ ਰਹੀ ਹੈ, ਬਾਰਦਾਨੇ ਦੀ ਸਮੱਸਿਆ ਜਾਂ ਕੋਈ ਹੋਰ? ਨਹੀਂ ਜੀ, ਠੀਕ ਆ, ਬਾਰਦਾਨਾ ਆ ਰਿਹਾ ਵਾ। ਔਰ ਜਿਹੜੀ ਫਸਲ ਹੈ ਉਹ ਇਸ ਸਮੇਂ ਆੜ੍ਹਤੀਏ ਖਰੀਦ ਰਹੇ ਨੇ ਜਾਂ ਕੋਈ ਪ੍ਰਾਈਵੇਟ ਪਰਸਨ? ਨਹੀਂ ਜੀ, ਆੜ੍ਹਤੀਏ ਖਰੀਦ ਰਹੇ ਆ। ਜਿੱਥੇ ਗੱਲ ਆਉਂਦੀ ਹੈ ਸੰਯੁਕਤ ਮੋਰਚਾ ਅੰਦੋਲਨ ਦੀ, ਔਰ ਜਿੱਥੇ ਗੱਲ ਆਉਂਦੀ ਹੈ ਸਾਡੀਆਂ ਫਸਲਾਂ ਦੀ, ਔਰ ਜਿੱਥੇ ਗੱਲ ਆਉਂਦੀ ਹੈ ਸਾਡੀਆਂ ਨਸਲਾਂ ਦੀ, ਤੇ ਆਓ ਆਪਾਂ ਗੁਰਮਨਦੀਪ ਸਿੰਘ ਗਿੱਲ ਦੇ ਕੋਲੋਂ ਆਪਣੀਆਂ ਫਸਲਾਂ, ਨਸਲਾਂ, ਕਿਉਂਕਿ ਨਸਲ ਦੇ ਹਿਸਾਬ ਨਾਲ ਇਹ ਆਉਣ ਵਾਲੀ ਸਾਡੀ ਪਨੀਰੀ ਹੈ, ਜਿਹੜੀ ਪਨੀਰੀ ਨੇ ਸਾਡੇ ਪੰਜਾਬ ਨੂੰ ਅਗਾਂਹ ਲੈ ਕੇ ਜਾਣਾ ਆ। ਆਓ ਆਪਾਂ ਗੱਲਬਾਤ ਕਰਦੇ, ਇੱਕ ਸੁਨੇਹਾ ਲੈਂਦੇ ਹਾਂ ਗੁਰਮਨਦੀਪ ਤੋਂ ਕਿ ਉਹ ਸੰਯੁਕਤ ਮੋਰਚਾ ਅੰਦੋਲਨ ਦੇ ਚੱਲਦੇ ਹੋਏ ਸਾਡੇ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੁੰਦੇ ਆ। ਹਾਂਜੀ ਗੁਰਮਨ ਜੀ, ਤੁਹਾਡੇ ਕੀ ਵਿਚਾਰ ਦੇਣਾ ਚਾਹੁੰਦੇ ਹੋ ਤੁਸੀਂ ਸਾਡੇ ਕਿਸਾਨ ਵੀਰਾਂ ਨੂੰ ਹੁਣ ਦੀ ਫਸਲ ਦੀ ਜੇਕਰ ਦੇਖੀਏ, ਕਿਉਂਕਿ ਫਸਲ ਦੀ ਵਾਢੀ ਹੋ ਚੁੱਕੀ ਹੈ ਔਰ ਫਸਲ ਮੰਡੀਆਂ ਵਿੱਚ ਪਈ ਹੈ? ਹਾਂਜੀ, ਦੇਖੋ ਜੀ, ਮੇਰਾ ਤਾਂ ਇੱਕ ਵਿਚਾਰ ਆ ਬਈ, ਜੇ 150 ਰੁਪਏ ਪ੍ਰਤੀ ਕੁਇੰਟਲ ਵੱਧ ਪਿੱਛੇ ਆਪਾਂ ਨੂੰ ਮਤਲਬ ਅੰਬਾਨੀ ਅਡਾਨੀਆਂ ਕੋਲੇ ਟਰਾਲੀਆਂ ਲਾਉਣੀਆਂ ਚਾਹੀਦੀਆਂ, ਸਰਕਾਰੀ ਮੰਡੀਆਂ 'ਚ ਆਪਾਂ ਨੂੰ ਵੇਚਣੀ ਚਾਹੀਦੀ ਆ ਫਸਲ, ਤਾਂ ਕਿ ਮੰਡੀਆਂ ਦਾ ਕੰਮ ਆਉਣ ਵਾਲੇ ਸਮੇਂ 'ਚ ਬੰਦ ਨਾ ਹੋਵੇ। ਨਹੀਂ ਤਾਂ ਮੋਰਚੇ ਦਾ ਫਾਇਦਾ ਕੀ ਆ, ਜੇ ਹੁਣ ਆਪਾਂ ਅੰਬਾਨੀ ਅਡਾਨੀਆਂ ਨੂੰ ਫਸਲ ਵੇਚਣੀ ਆ ਫਿਰ ਤਾਂ ਬਿੱਲ ਲਾਗੂ ਹੀ ਰਹਿਣ ਦਿਓ। ਤਾਂ ਕਰਕੇ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਇੱਕ ਅਪੀਲ ਆ ਵੀ ਆਪਦੀ ਫਸਲ ਮੰਡੀਆਂ 'ਚ ਵੇਚੋ, ਤਾਂ ਕਰਕੇ ਸਰਕਾਰੀ ਖਰੀਦ ਵੀ ਜਾਰੀ ਰਵੇ। ਬੀਬੀ ਪਰਮਜੀਤ ਕੌਰ ਜੀ, ਤੁਹਾਡੇ ਬੇਟੇ ਗੁਰਮਨਦੀਪ ਨੇ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਕਿ ਜਿਹੜੀ ਫਸਲ ਹੈ ਉਹ ਮੰਡੀਆਂ ਦੇ ਵਿੱਚ ਸਰਕਾਰ ਨੂੰ ਵੇਚੀ ਜਾਵੇ, ਨਾ ਕਿ ਅੰਬਾਨੀ ਅਡਾਨੀ ਨੂੰ, ਕਹਿਣ ਤੋਂ ਬਾਅਦ ਪ੍ਰਾਈਵੇਟ ਫਰਮਾਂ ਨੂੰ। ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਸ ਦੇ ਬਾਰੇ ਸਾਡਾ ਵੀ ਇਹੀ ਸੰਦੇਸ਼ ਹੈ ਕਿ ਸਾਰਿਆਂ ਨੂੰ ਜਿਹੜੀ ਵੀ ਫਸਲਾਂ ਸਰਕਾਰ ਰਾਹੀਂ ਹੀ ਵੇਚਣੀ ਚਾਹੀਦੀ ਹੈ, ਤਾਂ ਕਿ ਜਿਹੜਾ ਇਹ ਸਿਸਟਮ ਆ ਮੰਡੀਆਂ ਵਾਲਾ ਚਾਲੂ ਰਹੇ। ਤੇ ਬਾਕੀ ਜੋ ਆਪਣਾ ਸੰਘਰਸ਼ ਕੀਤਾ ਹੈ, ਫਿਰ ਉਹਦਾ ਕੀ ਫਾਇਦਾ ਜੇ ਆਪਾਂ ਅੰਬਾਨੀ ਅਡਾਨੀਆਂ ਨੂੰ ਹੀ ਫਸਲਾਂ ਦੇਣੀਆਂ? ਆਪਾਂ ਸਰਕਾਰ ਰਾਹੀਂ ਫਸਲਾਂ ਵੇਚੋ। ਆਉਣ ਵਾਲੇ ਸਮੇਂ ਦੇ ਵਿੱਚ ਵੇਖਦੇ ਹਾਂ ਕਿ ਸਾਡਾ ਪੰਜਾਬ ਦਾ ਕਿਸਾਨ ਆਪਣੀ ਫਸਲ ਨੂੰ ਸਰਕਾਰ ਨੂੰ ਵੇਚਦਾ ਹੈ ਜਾਂ ਫਿਰ ਪ੍ਰਾਈਵੇਟ ਬੈਠੇ
ਪਰਸਨਾਂ ਨੂੰ ਜੋ ਅੰਬਾਨੀ ਅੰਡਾਨੀ ਦੇ ਗੋਦਾਮਾਂ ਦੇ ਵਿੱਚ ਸਾਡੀਆਂ ਫਸਲਾਂ ਨੂੰ ਲੈ ਕੇ ਜਾਣਗੇ। ਇਹ ਸਾਰਾ ਜਾਣਨ ਦੇ ਲਈ ਸਾਡੇ ਸਿਟੀ ਲਾਈਵ ਚੈਨਲ ਦੇ ਨਾਲ ਜੁੜੇ ਰਹੋ।